खरा उतरा बजट देखो ये ਜਿਹੜਾ ਬਜਟ ਹੈ ਇਹ ਪੂਰੇ ਕੰਟਰੀ ਦਾ ਬਜਟ ਹੈ। ਇਹਦੇ ਚ ਸਰਕਾਰ ਨੇ ਕਾਫੀ ਜਿਹੜੀ ਇਵਨ ਐਗਰੀਕਲਚਰ ਸੈਕਟਰ ਨੂੰ ਮੈਂ ਕਹਾਂ ਜਿਹੜੇ ਦੋ ਤਿੰਨ ਸੈਕਟਰ ਮੇਨ ਜਿਹਨਾਂ ਨੂੰ ਬੂਸਟ ਦਿੱਤਾ ਗਿਆ ਕਿਉਂਕਿ ਐਮਐਸਪੀ ਲਈ 2.7 ਲੱਖ ਕਰੋੜ ਰੱਖਿਆ ਗਿਆ। ਇਹਦੇ ਨਾਲ ਐਗਰੀਕਲਚਰ ਸੈਕਟਰ ਔਰ ਖਾਸ ਤੌਰ ਤੇ ਟਰੈਕਟਰ ਇੰਡਸਟਰੀ ਫਾਰਮ ਮਸ਼ੀਨਰੀ ਔਰ ਐਗਰੀਕਲਚਰ ਨਾਲ ਜੁੜੇ ਜਿੰਨੇ ਵੀ ਪ੍ਰੋਡਕਟਸ ਹੈ ਉਹਨਾਂ ਨੂੰ बढ़ावा मिलेगा। इस तो इलावा जिहड़ा एक सोलर एनर्जी ਲਈ PLI सोलर पैनल्स ਲਈ PLI स्कीम लिआंदी गई है खास तौर पे ਇਹਦੇ ਕਰਕੇ ਜਿਹੜੀ सोलर पावर है आने वाले दिनों में काफ़ी सस्ती होएगी। इस तो इलावा ਅਸੀਂ ਕਹਿ ਸਕਦੇ ਹਾਂ डिफेंस इक्विपमेंट ਦੀ इंपोर्ट घट ਕਰਨ ਦੀ ਗੱਲ ਕੀਤੀ ਗਈ ਹੈ। ਉਹਦੇ ਨਾਲ ਵੀ ਜਿਹੜੀ ਡੋਮੈਸਟਿਕ ਪ੍ਰੋਡਕਸ਼ਨ ਹੈ ਵਧੇਗੀ। बाकी स्किलिंग ਲਈ एक पोर्टल बनाया गया है। सानू स्किल्ड मैन पावर नहीं लगती। ये एक होर स्टैप है स्किल्ड मैन पावर प्रोवाइड करने ਲਈ। सो मैं ये समझदा भी ਅਸੀਂ ਇਸ ਬਜਟ ਨੂੰ 10 ਚੋਂ 7 ਤੋਂ 8 ਨੰਬਰ। ਸਰ ਕੋਵਿਡ ਦਾ ਜਿਹੜਾ ਦੌਰ ਚੱਲਿਆ ਵਾ ਜਿੱਦਾਂ ਤੁਹਾਡੀ ਇੰਡਸਟਰੀ ਵੀ ਕ੍ਰਾਈਸਿਸ ਹੈਗੀ ਹੈ ਸਰਕਾਰ ਵੀ ਕ੍ਰਾਈਸਿਸ ਆ ਖਰਚੇ ਹੈਗੇ ਆ ਪੈਸਾ ਫਲੋ ਨਹੀਂ ਹੋ ਰਿਹਾ ਉਹਦੇ ਹਿਸਾਬ ਨਾਲ ਤੁਸੀਂ ਸਟੇਟਲੀ ਬਜਟ ਕਿੱਦਾਂ ਦਾ ਮੰਨਦੇ ਹੋ? ਇਹਦੇ ਲਈ ਦੇਖੋ ਐਮਐਸਐਮਈ ਲਈ ਜਿਹੜੀ ਇੱਕ ਸਕੀਮ ਸੀਗੀ ਲਿਕੁਇਡਿਟੀ ਦੀ ਉਹਦੇ ਲਈ ਸਰਕਾਰ ਨੇ ਉਹਨੂੰ ਐਕਸਟੈਂਡ ਕੀਤਾ ਉਸ ਸਕੀਮ ਨੂੰ ਔਰ ਇਹਦੇ ਨਾਲ ਮੈਂ ਸਮਝਦਾ ਵੀ ਜਿਹੜੀ ਪਹਿਲਾਂ ਸਕੀਮ ਚੱਲੀ ਸੀ ਵੀ 20% ਸਕੀਮ ਦੀ ਡਿਟੇਲ ਆਉਣ ਤੇ ਜ਼ਿਆਦਾ ਪਤਾ ਲੱਗੇਗਾ ਵੀ ਐਮਐਸਐਮਈ ਨੂੰ ਲਿਕੁਇਡਿਟੀ ਬੈਟਰ ਕਰਨ ਲਈ ਇਹ ਸਕੀਮ ਸਹਾਇਕ ਹੋਈ। ਉਪਕਾਰ ਜੀ ਲੁਧਿਆਣਾ ਦੇ ਵਿੱਚ ਬਹੁਤ ਸਾਰੀ ਸਮਾਲ ਇੰਡਸਟਰੀ ਹੈ ਲੁਧਿਆਣਾ ਦੇ ਵਿੱਚ ਬਹੁਤ ਸਾਰੀ ਸਮਾਲ ਇੰਡਸਟਰੀ ਹੈ ਮੀਡੀਅਮ ਇੰਡਸਟਰੀ ਹੈ ਸਿੱਧੇ ਤੌਰ ਤੇ ਉਹਨਾਂ ਨੂੰ ਕੋਈ ਫਾਇਦਾ ਹੋਵੇਗਾ? ਦੇਖੋ ਐਮਐਸਐਮਈ ਲਈ ਇਹਦੇ ਵਿੱਚ ਕੋਈ ਖਾਸ ਜਿਹੜੇ ਇਸ ਬਜਟ ਦੇ ਵਿੱਚ ਐਮਐਸਐਮਈ ਲਈ ਕੋਈ ਖਾਸ ਇਹਨਾਂ ਨੇ ਉਪਰਾਲਾ ਨਹੀਂ ਕੀਤਾ। ਜਿੱਦਾਂ ਕਿ ਸਾਡੀ ਡਿਮਾਂਡ ਸੀ ਵੀ ਐਮਐਸਐਮਈ ਦਾ ਬਜਟ ਵਧਾਇਆ ਜਾਵੇ ਕਿਉਂਕਿ ਪਿਛਲੇ ਸਾਲ ਦਾ ਜਦੋਂ ਤੱਕ ਮੈਨੂੰ ਯਾਦ ਹੈ 15,000 ਕਰੋੜ ਦਾ ਬਜਟ ਹੈ ਔਰ ਐਮਐਸਐਮਈ ਦੀਆਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਕਿ ਡੈੱਡ ਪਈਆਂ ਉਹ ਤਾਂ ਹੀ ਪੋਸੀਬਲ ਹੈ ਜੇ ਉਹਦਾ ਬਜਟ ਵਧਾਇਆ। ਜੀਐਸਟੀ ਨੂੰ ਲੈ ਕੇ ਸਰਕਾਰ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਸਾਰਾ ਰੈਵਨਿਊ ਪ੍ਰਾਪਤ ਹੋਇਆ ਪਰ ਲੁਧਿਆਣਾ ਦੇ ਇੰਡਸਟਰੀਜ਼ ਦੀ ਇਹ ਡਿਮਾਂਡ ਰਹੀ ਹੈ ਕਿ ਜਿਹੜੇ ਉਹਦੇ ਵੈਟ ਰਿਫੰਡ ਹੈ ਬਹੁਤ ਸਾਰੇ ਹਜੇ ਤੱਕ ਨਹੀਂ ਮਿਲਦੇ ਉਹਨੂੰ ਲੈ ਕੇ ਉਹ ਸਟੇਟ ਸਬਜੈਕਟ ਹੈ। ਉਹ ਵੈਟ ਰਿਫੰਡ ਜਿਹੜਾ ਉਹ ਸਟੇਟ ਸਬਜੈਕਟ ਹੈ। ਸਰ ਪੰਜਾਬ ਤੇ ਫੋਕਸ ਕੀਤਾ ਗਿਆ ਕਿ ਨਹੀਂ? ਇਹ ਦੇਖੋ ਜੇ ਤੁਸੀਂ ਸਮਝੋ ਤਾਂ ਇਹ ਦੇਸ਼ ਦਾ ਬਜਟ ਹੈ ਔਰ ਐਗਰੀਕਲਚਰ ਤੇ ਫੋਕਸ ਕੀਤਾ ਗਿਆ। ਫਰੇਟ ਦਾ ਜਿਹੜਾ ਮਾਮਲਾ ਤੁਸੀਂ ਹਮੇਸ਼ਾ ਸਰਕਾਰ ਨਾਲ ਡੀਲ ਕਰਦੇ ਹੋ ਸੈਂਟਰ ਨੇ ਹੀ ਕਰਨਾ ਉਹ ਤਾਂ ਉਹ ਸਟੇਟ ਨੇ ਨਹੀਂ ਕਰਨਾ। ਫਰੇਟ ਜਿਹੜਾ ਆਪਾਂ ਨੂੰ ਫਰੇਟ ਤੇ ਇੱਕ ਮਾਰ ਪੈਂਦੀ ਹੈ ਪੰਜਾਬ ਨੂੰ ਉਹ ਸਟੇਟ ਨੇ ਦੇਣੀ ਹੈ ਸਟੇਟ ਨੇ ਦੇਣੀ ਹੈ। ਉਹ ਦੇਖੋ ਜੀ ਜਿਹੜਾ ਇਹ ਆਪਾਂ ਅੱਜ ਸੈਂਟਰਲ ਬਜਟ ਦੀ ਗੱਲ ਕਰੀਏ ਸਟੇਟ ਅਗਰ ਫਰੇਟ ਕੋਰੀਡੋਰ ਦੀ ਜਾਂ ਫਰੇਟ ਸਬਸਿਡੀ ਦੀ ਗੱਲ ਕਰਦੇ ਹੋ ਫਰੇਟ ਕੋਰੀਡੋਰ ਦੀ ਫਰੇਟ ਸਬਸਿਡੀ ਦੀ ਗੱਲ ਕਰਦੇ ਹੋ ਫਰੇਟ ਸਬਸਿਡੀ ਸਟੇਟ ਗਵਰਨਮੈਂਟ ਨੇ ਪ੍ਰੋਵਾਈਡ ਕਰਵਾਉਣੀ ਹੈ ਗਵਰਨਮੈਂਟ ਸਟੇਟ ਸੈਂਟਰਲ ਗਵਰਨਮੈਂਟ ਤੋਂ। ਅੱਜ ਦੇ ਆਪਾਂ ਅਗਰ ਬਜਟ ਦੀ ਗੱਲ ਕਰਦੇ ਹਾਂ ਬਜਟ ਫਾइनेंस ਮਿਨਿਸਟਰ ਨੇ ਬੜਾ ਅੱਛਾ ਬਜਟ ਪ੍ਰੈਜ਼ੈਂਟ ਕੀਤਾ ਹੈ ਕੀਪਿੰਗ ਇਨ ਵਿਊ 25 ਇਅਰਸ ਆਫ ਦਾ ਬਲੂਪ੍ਰਿੰਟ। ਅਗਲੇ 25 ਸਾਲ ਦੇ ਲਈ ਉਹਨਾਂ ਨੇ ਇੱਕ ਆਪਣਾ ਸ਼ੋ ਕੇ ਉਹਦੀ ਪਲੈਨਿੰਗ ਕੀਤੀ ਹੈ ਵਿਚ ਇਜ਼ ਅ ਵੈਰੀ ਗੁੱਡ ਸਾਈਨ। ਇਨਫਰਾਸਟ੍ਰਕਚਰ ਤੇ ਜਦੋਂ ਫੋਕਸ ਹੁੰਦਾ ਗਵਰਨਮੈਂਟ ਦਾ ਤਾਂ ਇਨਫਰਾਸਟ੍ਰਕਚਰ ਤੇ ਇਨਵੈਸਟਮੈਂਟ ਆਉਂਦੀ ਹੈ ਤੇ ਉਹਦੇ ਨਾਲ ਸਾਰੀਆਂ ਸਟੇਟਸ ਬੈਨੀਫਿਟ ਕਰਦੀਆਂ। ਅਗਰ ਰੋਡਸ ਬਣਨਗੀਆਂ ਫਲਾਈਓਵਰਸ ਬਣਨਗੇ ਤੇ ਬ੍ਰਿਜਸ ਬਣਨਗੇ ਉਹਦਾ ਇੰਪੈਕਟ ਸਾਰਿਆਂ ਤੇ ਆਏਗਾ ਇੰਪਲੋਇਮੈਂਟ ਵੀ ਜਨਰੇਟ ਹੋਏਗੀ। 25,000 ਕਿਲੋਮੀਟਰ ਦੀ ਰੋਡ ਔਰ ਅਗਰ ਬ੍ਰਿਜਸ ਬਣਨੇ ਹੈ ਤੇ ਉਹਦਾ ਸਟੀਲ ਇੰਡਸਟਰੀ ਸੀਮੈਂਟ ਔਰ ਲੇਬਰ ਸਾਰਿਆਂ ਤੇ ਇੰਪੈਕਟ ਪਏਗਾ ਵਿਚ ਇਜ਼ ਅ ਵੈਰੀ ਗੁੱਡ ਸਾਈਨ। ਲੌਜਿਸਟਿਕ ਪਾਰਕਸ ਦੀ ਗੱਲ ਕਰਦੇ ਹਾਂ ਅਗਰ ਪੀਪੀਪੀ ਮੋਡ ਤੇ ਅਗਰ ਬਣਦੇ ਹੈ ਉਹਦੇ ਵਿੱਚ ਪੰਜਾਬ ਵੀ ਉਨਾ ਹੀ ਇਕੁਅਲੀ ਉਹਦੀ ਇਨਵੋਲਵਮੈਂਟ ਰਹੇਗੀ। ਔਰ ਸਭ ਤੋਂ ਵੱਡੀ ਗੱਲ ਆਰਗੈਨਿਕ ਫਾਰਮਿੰਗ ਤੇ ਫੋਕਸ ਹੈ ਗਵਰਨਮੈਂਟ ਦਾ ਵਿਚ ਵਿਲ ਸਰਟਨਲੀ ਬੈਨੀਫਿਟ ਪੰਜਾਬ ਐਗਰੀਕਲਚਰ ਬੈਲਟ। ਔਰ 400 ਨਵੀਆਂ ਰੇਲ ਟ੍ਰੇਨਸ ਬਣਾਉਂਦੀ ਹੈ ਇਹਦਾ ਵੀ ਇੰਪੈਕਟ। ਰੇਲ ਕੋਚ ਫੈਕਟਰੀ ਕਪੂਰਥਲਾ 'ਚ ਵੀ ਹੈ ਰੇਲ ਦੇ ਕੋਚ ਮੈਨੂਫੈਕਚਰਰਸ ਔਰ ਉਹਨਾਂ ਦੇ ਪਾਰਟਸ ਦੇ ਮੈਨੂਫੈਕਚਰਰਸ ਪੰਜਾਬ 'ਚ ਹੈ ਉਹਨਾਂ ਨੂੰ ਵੀ ਬੈਨੀਫਿਟ ਮਿਲੇਗਾ। ਅਗਰ ਇੰਡਸਟਰੀ ਫਲਰਿਸ਼ ਕਰੇਗੀ ਇੰਪਲੋਇਮੈਂਟ ਆਪਣੇ ਆਪ ਜਨਰੇਟ ਹੋਏਗੀ। ਹੋਰ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਬਹੁਤ ਅੱਛਾ ਉਪਰਾਲਾ ਕੀਤਾ ਉਹ ਹੈਗਾ ਡਿਜੀਟਲਾਈਜੇਸ਼ਨ ਦਾ। ਦ ਫੋਕਸ ਆਫ ਗਵਰਨਮੈਂਟ ਇਜ਼ ਔਨ ਡਿਜੀਟਲਾਈਜੇਸ਼ਨ ਐਂਡ ਉਹਨਾਂ ਨੇ ਇੱਕ ਯੂਨੀਵਰਸਿਟੀ ਬਣਾਉਣ ਦੀ ਇੱਕ ਅੱਜ ਅਨਾਊਂਸਮੈਂਟ ਕੀਤੀ ਹੈ ਜਿਹਦੇ ਨਾਲ ਸਰਟਨਲੀ ਡਿਜੀਟਲਾਈਜੇਸ਼ਨ ਦਾ ਬਹੁਤ ਬੈਨੀਫਿਟ ਹੋਏਗਾ। ਸਟਾਰਟਅਪਸ ਨੂੰ ਵੀ ਫੋਕਸ ਰੱਖਿਆ ਗਿਆ ਹੈ। ਅਗਰ ਡਰੋਨ ਮੈਨੂਫੈਕਚਰਰਸ ਅਗਰ ਲਗਾਉਂਦੇ ਆ ਸਟਾਰਟਅਪਸ ਦੇ ਵਿੱਚ ਉਹਨਾਂ ਨੂੰ ਐਕਸਟਰਾ ਬੈਨੀਫਿਟ ਦਿੱਤਾ ਗਿਆ ਹੈ। ਔਰ ਡਿਫੈਂਸ ਦੇ ਉੱਪਰ ਤੁਸੀਂ ਦੇਖਿਆ कि reliance of 60% on indigenous manufacturing of defence parts, which is a very welcome sign.
ਪਹਿਲੇ ਅਸੀਂ ਡਿਫੈਂਸ ਨੋਰਮਲੀ ਆਪਣਾ ਇੰਪੋਰਟ ਕਰਦੇ ਸੀਗੇ, ਉਹ ਸਲੋਲੀ ਗ੍ਰੈਜੂਅਲੀ ਇਨ ਦ ਲਾਸਟ 4 years government has reduced from 100% and today they have come to 68% and subsequently they will reduce it to 25% in the time to come. So this is a very welcome sign. And above all एक बहुत बड़ा एक point आया हुआ है digitalization of currency by RBI, which is a very good step. क्योंकि RBI अगर ਉਹਨੂੰ डिजिटलाइजेशन करेगी करेंसी ਦੀ और ਉਹਨੂੰ ਆਪਣੇ होल्ड ਵਿੱਚ ਲਏਗੀ तो there cannot be any abnormality in the finance sector just like cryptocurrency was creating. So this is one step towards that stopping misuse of digitalization in the country. So ऐसे और कई steps आए ने which I think will boost every economy. Punjab is one of them. ਸਰ PIS ਸਕੀਮ ਦੇ ਵਿੱਚ ਪੰਜਾਬ ਦੀ ਮੇਜਰ ਇੰਡਸਟਰੀ ਸੀਗੀ ਸਾਈਕਲ, ਜਿਹਨੂੰ ਲੈਣਾ ਚਾਹੀਦਾ ਸੀ, ਉਹੋ ਜਿਹਾ ਨੂੰ ਇਗਨੋਰ ਕੀਤਾ ਗਿਆ, ਸੋਲਰ ਇੰਡਸਟਰੀ ਨੂੰ ਪਾ ਦਿੱਤਾ ਗਿਆ, ਪੰਜਾਬ ਇੱਥੇ ਵੀ ਮਿਸ ਹੋ ਗਿਆ। ਦੇਖੋ PLI ਸਕੀਮ ਹੈ ਜਿਹੜੀ ਉਹ ਜਿੰਨੀ ਵੀ ਆਈ ਹੈ ਨਾ ਉਹ ਲਾਰਜ ਇੰਡਸਟਰੀ ਲਈ ਆਈ ਹੈ, ਕਿਉਂਕਿ ਉਹਦਾ ਜਿਹੜਾ ਮਿਨੀਮਮ ਕੈਪ ਹੀ 250 ਕਰੋੜ ਰੱਖਿਆ ਗਿਆ ਇਨਵੈਸਟਮੈਂਟ। ਅਸੀਂ ਇਹ ਡਿਮਾਂਡ ਕਰਦੇ ਹਾਂ ਲਾਰਜ ਵੀ ਨਹੀਂ ਆਉਂਦੀ ਸਰ ਸਾਹਮਣੇ ਸਾਰੀ ਲਾਰਜ ਨੂੰ ਮਿਲੀ ਹੈ। ਅਸੀਂ ਇਹ ਡਿਮਾਂਡ ਕਰਦੇ ਹਾਂ ਵੀ ਜਿਹੜੀ ਇੱਕ ਸਪੈਸ਼ਲ ਸਕੀਮ ਪ੍ਰੋਡਕਸ਼ਨ ਲਈ ਇਨਸੈਂਟਿਵ ਸਕੀਮ MSME ਲਈ ਦੇਣੀ ਚਾਹੀਦੀ ਹੈ ਤਾਂ ਕਿ MSME ਨੂੰ ਇਹਦਾ ਐਡਵਾਂਟੇਜ ਮਿਲ ਸਕੇ। ਜਿਹੜੀ ਚੀਜ਼ ਅਸੀਂ ਹੁਣੇ ਪੁੱਛ ਰਹੇ ਸੀਗੇ ਵੀ ਕੀ ਐਕਸਪੈਕਟੇਸ਼ਨ ਹੈ, ਇੰਡਸਟਰੀ ਦੀ ਕੁਝ ਐਕਸਪੈਕਟੇਸ਼ਨ ਸੀ ਜਿਹੜੀਆਂ ਪੂਰੀਆਂ ਨਹੀਂ ਹੋਈਆਂ, ਜਸਟ ਲਾਈਕ GST ਦੀ ਸਲੈਬ ਹੈ। ਸੋ ਸਾਡੀ ਇੱਕ ਡਿਮਾਂਡ ਸੀ ਕਿ 28% ਆਟੋ ਸੈਕਟਰ ਦੀ ਜਿਹੜੀ 28% GST ਹੈ ਉਹ ਸਪੈਸ਼ਲੀ ਲੁਕਿੰਗ ਐਟ ਦ ਸਲੋ ਡਾਊਨ ਇਨ ਟੂ ਵੀਲਰ ਇੰਡਸਟਰੀ ਇਟ ਸ਼ੁੱਡ ਬੀ ਰਿਡਿਊਸ ਫਰੋਮ 28 to 18%। ਉਹ ਅਗਰ ਪੂਰੀ ਹੁੰਦੀ ਤਾਂ ਹੋਰ ਥੋੜਾ ਫੋਕਸ ਥੋੜਾ ਹੋਰ ਇੰਡਸਟਰੀ ਨੂੰ ਬੂਸਟ ਮਿਲਦਾ, ਉਹ ਨਹੀਂ ਹੋ ਪਾਇਆ। ਕੁਝ ਇਸ ਤਰ੍ਹਾਂ ਦੇ ਕੁਝ ਪੈਰਾਮੀਟਰ ਸੀਗੇ, ਕੁਝ ਜਿਹੜੀਆਂ ਇਨਕਮ ਟੈਕਸ ਦੀਆਂ ਸਲੈਬਸ ਹੈ ਫॉर ਸੈਲਰੀਡ ਪਰਸਨ, ਅਗਰ ਉਹ ਥੋੜੀ ਸਲੈਬ ਅਗਰ ਇੰਪਰੂਵ ਕਰ ਦਿੰਦੀ ਸਰਕਾਰ ਤੇ ਉਹਦੇ ਵਿੱਚ ਆਮ ਬੰਦੇ ਦਾ ਔਰ ਸੈਲਰੀਡ ਪਰਸਨ ਦਾ ਹੱਥ ਖੁੱਲ ਜਾਂਦਾ ਤੇ ਐਕਸਪੈਂਡੀਚਰ ਕਰਨ ਦਾ ਉਹਨਾਂ ਤੇ ਜਜ਼ਬਾ ਆਉਂਦਾ ਤੇ ਉਹਦੇ ਵਿੱਚ ਇਕਨੋਮੀ 'ਚ ਹੋਰ ਪੈਸਾ ਜਨਰੇਟ ਹੋ ਸਕਦਾ ਸੀ, ਰੈਵਨਿਊ ਜਨਰੇਟ ਹੁੰਦਾ, ਉਹਦੇ ਨਾਲ ਇਕਨੋਮੀ ਫਲਰਿਸ਼ ਕਰ ਸਕਦੀ ਸੀ। ਕੁਝ ਟੈਕਸ ਸਲੈਬਸ ਅਗਰ ਇੰਪਰੂਵ ਕਰਦੀ ਹੈ ਗਵਰਨਮੈਂਟ, ਈਵਨ ਨਾਓ ਦੇ ਹੈਵ ਅ ਚਾਂਸ, ਅਗਰ ਆਉਣ ਵਾਲੇ ਟਾਈਮ 'ਚ ਇਹਦੇ ਵਿੱਚ ਕੁਝ ਇੰਪਰੂਵਮੈਂਟ ਸਰਕਾਰ ਕਰ ਦੇਗੀ ਤਾਂ ਡੈਫੀਨੇਟਲੀ ਇੰਡਸਟਰੀ ਨੂੰ ਔਰ ਸੋਸਾਇਟੀ 'ਚ ਬੂਸਟ ਮਿਲੇਗਾ ਔਰ ਇਕਨੋਮੀ ਫਲਰਿਸ਼ ਕਰੇਗੀ। ਇਹ ਸਰਬਜੀਤ ਐਕਸਪੋਰਟ ਦੇ ਕੁਝ ਮਿਨਿਸਟਰੀ ਆਫ ਫਾਈਨਾਂਸ ਨੂੰ ਮੈਡਮ ਸੀਤਾਰਮਨ ਜੀ ਨੂੰ ਭੇਜੀਆਂ ਸੀਗੀਆਂ ਜਿਹਦੇ ਤੇ ਵਰਕ ਨਹੀਂ ਹੋਇਆ ਹੈ। ਬੜੀ ਨਿਰਾਸ਼ਾ ਹੋਈ ਹੈ ਜਾਣ ਕੇ। ਸਭ ਤੋਂ ਵੱਡਾ ਸੀਗਾ ਇੰਟਰਸਟ ਸਬਵੈਂਸ਼ਨ ਜਿਹੜੀ 5% ਦੀ ਐਕਸਪੋਰਟਰਸ ਨੂੰ ਦਿੱਤੀ ਜਾਂਦੀ ਸੀ। ਸਾਡੇ ਮਾਨਯੋਗ ਪ੍ਰਾਈਮ ਮਿਨਿਸਟਰ ਸਾਹਿਬ ਨੇ ਅਕਤੂਬਰ 2018 ਦੇ ਵਿੱਚ ਡਿਕਲੇਅਰ ਕੀਤੀ ਸੀ 3%, ਜਿਹੜਾ ਕਿ ਸਾਨੂੰ ਮਿਲਦਾ ਰਿਹਾ ਸਤੰਬਰ 2021 ਤੱਕ। ਉਹ 3% ਪਲੱਸ 2% 5% ਇੰਟਰਸਟ ਸਬਵੈਂਸ਼ਨ ਤਾਂ ਕਿ ਅਸੀਂ ਜਿਹੜਾ ਫੋਰਨ ਦੇ ਜਿਹੜੇ ਸਾਡੇ ਕੰਪੀਟੀਟਰ ਨੇ ਉਹਨਾਂ ਨਾਲ ਲੜ ਸਕੀਏ, ਐਕਸਪੋਰਟਰ ਲੜ ਸਕੇ, ਉਹਦੇ ਲਈ ਦਿੱਤੀ ਗਈ ਸੀ। ਉਹਨੂੰ ਇਹਨਾਂ ਨੇ ਐਕਸਟੈਂਡ ਨਹੀਂ ਕੀਤਾ ਹੈ, ਉਹਦੇ ਤੇ ਸਾਇਲੈਂਟ ਰਹਿ ਗਏ ਨੇ। ਉਹਦੇ ਬੜਾ ਨਿਰਾਸ਼ਾ ਹੋਈ ਹੈ ਕਿਉਂਕਿ ਇੱਕ ਸਾਡੇ ਕੋਲੇ ਬੂਸਟ ਇੱਕ ਹਥਿਆਰ ਸੀਗਾ ਜਿਹਦੇ ਨਾਲ ਅਸੀਂ ਆਪਣੇ ਕੰਪੀਟੀਟਰਾਂ ਨਾਲ ਲੜ ਸਕਦੇ ਸੀਗੇ। ਦੂਸਰਾ ਸਾਡਾ MEIS ਨੂੰ ਹਟਾ ਕੇ WTO ਦੀਆਂ ਰਿਸਟ੍ਰਿਕਸ਼ਨਸ ਕਰਕੇ ਰੋਡ ਟੈਪ ਲਿਆਂਦਾ ਗਿਆ ਸੀਗਾ, ਉਹਦੇ ਤੇ ਵੀ ਸਾਇਲੈਂਟ ਆ, ਉਹਨੂੰ ਵੀ ਜਾਰੀ ਨਹੀਂ ਕੀਤਾ ਗਿਆ। ਤੇ ਜਿਹੜਾ ਸਾਡਾ MEIS ਲਾਇਸੈਂਸ ਜਾਂ ਰੋਡ ਟੈਪ ਲਾਇਸੈਂਸ ਅਸੀਂ ਯੂਜ਼ ਕਿੱਥੇ ਕਰਨਾ ਆ, ਉਹਦੇ ਉੱਤੇ ਵੀ ਸਾਇਲੈਂਸ ਹੈ ਕਿ ਜੇ ਡਿਊਟੀਜ਼ ਵੱਧਦੀਆਂ ਨੇ ਤਾਂ ਉਹ ਸਾਡੇ ਲਾਇਸੈਂਸ ਯੂਜ਼ ਨੇ ਤਾਂ ਉਹਦਾ ਜਿਹੜਾ ਪ੍ਰੀਮੀਅਮ ਹੈ ਸਾਨੂੰ ਵੱਧ ਮਿਲਦਾ। ਇਸ ਵੇਲੇ ਗਵਰਨਮੈਂਟ ਦੀਆਂ ਗਲਤ ਪਾਲਿਸੀਆਂ ਦੇ ਨਾਲ 85% ਤੱਕ ਪ੍ਰੀਮੀਅਮ ਆ ਗਿਆ। ਜਿਹੜਾ 100 ਰੁਪਏ ਦੀ ਚੀਜ਼ ਆ ਸਾਨੂੰ 85% ਵੇਚਣੀ ਪੈ ਰਹੀ ਆ ਔਰ ਉਹਦੀ ਟਰਾਂਸਫਰੇਬਿਲਿਟੀ ਨਹੀਂ ਹੋ ਰਹੀ। ਉਹ ਇੱਕ ਬੜੇ ਨਿਰਾਸ਼ਾਜਨਕ ਦੋ ਰਹੇ ਨੇ। ਔਰ ਰਾ ਮਟੀਰੀਅਲ ਦੀਆਂ ਐਵਰੀਡੇ ਇਨਕਰੀਜ਼ਿੰਗ ਪ੍ਰਾਈਸਿਸ ਜਿਹਦੇ ਉੱਤੇ ਨੱਥ ਪਾਉਣ ਲਈ ਕੁਝ ਵੀ ਨਹੀਂ ਕੀਤਾ ਗਿਆ। ਇਹ 2-3 ਪੁਆਇੰਟਸ ਨੇ ਜਿਹੜੇ ਐਕਸਪੋਰਟ ਨੂੰ ਲੈ ਕੇ ਬੜੀ ਨਿਰਾਸ਼ਾ ਹੋਈ ਹੈ ਐਕਸਪੋਰਟਰਸ ਦੇ ਵਿੱਚ। ਇਹਨਾਂ ਦੇ ਉੱਤੇ ਵਰਕ ਕੀਤਾ ਜਾਣਾ ਚਾਹੀਦਾ ਸੀ। ਅਸੀਂ ਫੇਰ ਦੁਬਾਰਾ ਲਿਖਾਂਗੇ। ਔਰ ਸਭ ਤੋਂ ਵੱਡਾ ਇੱਕ ਹੋਰ ਸਾਡਾ ਜਿਹੜਾ ਮੁੱਦਾ ਹੈਗਾ ਸ਼ਿਪਿੰਗ ਲਾਈਨਸ ਦੇ ਜਿਹੜੇ ਉਹਨਾਂ ਨੇ ਐਕਸਟਰਾਆਰਡੀਨਰੀ ਰੇਟਸ ਵਧਾ ਦਿੱਤੇ ਹੋਏ ਨੇ। ਜਿਹੜਾ $1400 ਦਾ ਕੰਟੇਨਰ ਸੀਗਾ ਉਹ ਅੱਜ ਦੀ ਡੇਟ ਦੇ ਵਿੱਚ 5200 ਦੇ ਉੱਤੇ ਅਵੇਲੇਬਿਲਟੀ ਵੀ ਹੈ ਨਹੀਂ। ਗਵਰਨਮੈਂਟ ਨੇ ਇੱਕ ਸਕੀਮ ਲਿਆਂਦੀ ਹੈ ਕਿ ਅਸੀਂ ਆਪਣੀ ਸ਼ਿਪਿੰਗ ਲਾਈਨ ਸ਼ੁਰੂ ਕਰਨੀ ਹੈ, ਪਰ ਉਹਦੇ ਉੱਤੇ ਕੋਈ ਬਜਟਰੀ ਐਲੋਕੇਸ਼ਨਸ ਨਹੀਂ ਹੋਈਆਂ, ਜਿਹਦੇ ਕਰਕੇ ਸਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਾਲ ਦੇ ਵਿੱਚ ਵੀ ਇਹ ਹੋ ਪਾਏਗਾ। ਥੈਂਕ ਯੂ। ਆ ਜਾਓ ਤੁਸੀਂ ਇੱਧਰ ਆ ਜਾਓ। ਇੰਪੋਰਟੈਂਟ ਪੁਆਇੰਟਸ ਜਿਹੜੇ ਅੱਜ ਦੇ ਬਜਟ ਦੇ ਹੈਗੇ ਆ, ਇੱਕ ਤਾਂ 60 ਲੱਖ ਜਿਹੜੀਆਂ ਜੌਬਸ ਹੈ ਉਹ ਡਿਕਲੇਅਰ ਕੀਤੀਆਂ ਗਈਆਂ ਕਿ ਜੌਬਸ ਕ੍ਰੀਏਟ ਕੀਤੀਆਂ ਜਾਣਗੀਆਂ। 25 ਸਾਲ ਦਾ ਜਿਹੜਾ ਰੋਡ ਮੈਪ ਹੈ ਬੜਾ ਇੱਕ ਵੈਲਕਮ ਸਾਈਨ ਹੈਗਾ। ਡਿਫੈਂਸ ਸੈਕਟਰ ਦਾ ਜਿਹੜਾ ਬਜਟ ਹੈਗਾ ਇਟ ਇਜ਼ ਨਾਓ ਡਿਕਲੇਅਰਡ ਐਜ਼ ਨੌਨ ਲੈਪਸੇਬਲ, ਕਿ ਜਿਹੜਾ ਬਜਟ ਐਲੋਕੇਟ ਹੋ ਗਿਆ ਜੇ ਖਰਚ ਨਹੀਂ ਵੀ ਹੋਇਆ ਤਾਂ ਵੀ ਉਹ ਲੈਪਸ ਨਹੀਂ ਹੋਏਗਾ। ਦਿਸ ਇਜ਼ ਅ ਵੈਲਕਮ ਸਾਈਨ। ਜਿਹੜੇ ਕਿ MSP ਵਾਸਤੇ 2.37 ਲੱਖ ਕਰੋੜ ਜਿਹੜੇ ਹੈਗੇ ਆ ਉਹ ਐਲੋਕੇਟ ਕੀਤੇ ਗਏ ਹੈਗੇ ਆ। ਡਿਜੀਟਲ ਯੂਨੀਵਰਸਿਟੀਜ਼ ਅ ਗੁੱਡ ਸਾਈਨ।
ਵਿਮਨ ਵਾਸਤੇ ਜਿਹੜੀ ਸਕੀਮਸ ਹੈਗੀ ਉਹਦਾ ਜਿਹੜਾ ਐਲੋਕੇਸ਼ਨ ਹੈ 60,000 ਕਰੋੜ ਹੈ ਔਰ ਹਾਈਵੇਜ਼ ਵਾਸਤੇ 20,000 ਕਰੋੜ ਜਿਹੜੇ ਕੀਤੇ ਗਏ ਹੈ 80 ਲੱਖ ਜਿਹੜੇ ਘਰ ਬਣਨੇ ਹੈ ਉਹ ਇਹ ਜਿੰਨੇ ਵੀ ਪਾਰਟ ਹੈ ਚਾਹੇ ਹਾਈਵੇ ਬਣਨੇ ਹੈ ਚਾਹੇ ਘਰ ਬਣਨੇ ਹੋਣ ਉਹਦੇ ਨਾਲ MSME ਇਨਡਾਇਰੈਕਟਲੀ ਬੈਨੀਫਿਟ ਜ਼ਰੂਰ ਹੋਏਗਾ। ਠੀਕ ਹੈ, ਡਾਇਰੈਕਟ ਬੈਨੀਫਿਟ ਦੀ ਗੱਲ ਕਰੀਏ ਤਾਂ ਕੋਈ ਸਾਨੂੰ ਜ਼ਿਆਦਾ MSME ਨੂੰ ਬੈਨੀਫਿਟ ਤੋਂ ਨਹੀਂ ਨਜ਼ਰ ਆ ਰਹੇ ਹੈਗੇ ਹੈ। ਇੱਕ ਜਿਹੜੀ ਸੈਂਟਰ ਗਵਰਨਮੈਂਟ ਤੇ ਜਿਹੜੇ ਸਟੇਟ ਗਵਰਨਮੈਂਟ ਦੇ EMPLOYEES ਹੈ ਉਹਨਾਂ ਦਾ ਜਿਹੜਾ NPS ਵਾਲਾ ਕੰਟਰੀਬਿਊਸ਼ਨ ਵਾਲਾ ਪਾਰਟ ਹੈ ਉਹਦੇ ਨਾਲ ਸਟੇਟ ਗਵਰਨਮੈਂਟ ਦੇ ਜਿਹੜੇ EMPLOYEES ਹੈ ਉਹਨਾਂ ਨੂੰ ਕਾਫੀ ਬੈਨੀਫਿਟ ਹੋਏਗਾ। ਇੱਕ EVS ਬੈਟਰੀਜ਼ ਦੀ ਸਵੈਪਿੰਗ ਦੀ ਪਾਲਿਸੀ ਬਣਾਈ ਗਈ ਹੈ। ਇਟ ਇਜ਼ ਅ ਵੈਲਕਮ ਸਾਈਨ ਜਿਹੜਾ ਕਿ ਜਿਹਦੇ ਨਾਲ ਕਾਫੀ ਬੈਨੀਫਿਟ ਹੋਏਗਾ। ਸੋ ਇੱਕ ਨਾਰਥ ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਕ ਸਕੀਮ ਸਪੈਸ਼ਲ ਅਨਾਉਂਸ ਕੀਤੀ ਗਈ ਹੈ ਨਾਰਥ ਇੰਡੀਆ ਦੇ ਵਿੱਚ ਜਿਹੜੇ ਬਾਰਡਰ ਵਿਲੇजेस ਹੈਗੇ ਉਹਨਾਂ ਦਾ ਓਵਰਆਲ ਇਨਫਰਾਸਟ੍ਰਕਚਰ ਇੰਪਰੂਵ ਕਰਨ ਦਾ। ਉਹ ਜਿੱਥੋਂ ਤੱਕ ਮੈਂ ਸਮਝਦਾ ਹਾਂ ਉਸ ਨਾਲ ਪੰਜਾਬ ਨੂੰ ਕਾਫੀ ਵੱਡਾ ਇੱਕ ਬੈਨੀਫਿਟ ਹੋਣ ਵਾਲਾ ਹੈ। ਜਿੰਨੇ ਵੀ ਸਾਡੇ ਬਾਰਡਰ ਏਰੀਆ ਦੇ ਵਿਲੇजेस ਹੈ ਉੱਥੇ ਓਵਰਆਲ ਚਾਹੇ ਸੜਕਾਂ ਹੋਣ ਚਾਹੇ ਉਹਨਾਂ ਦੇ ਘਰ ਹੋਣ ਜਾਂ ਓਵਰਆਲ ਇਨਫਰਾਸਟ੍ਰਕਚਰ ਹੈ ਉਹ ਇੰਪਰੂਵ ਕੀਤਾ ਜਾ ਸਕਦਾ ਇਹਦੇ ਰਾਹੀਂ। ਸੋ ਕੁੱਲ ਮਿਲਾ ਕੇ ਇਹ ਬਜਟ ਨੂੰ ਜੇ ਮੈਂ ਆਪਣੇ ਵੱਲੋਂ ਨੰਬਰ ਦੇਣੇ ਹੋਣ ਤਾਂ 10 ਤੋਂ 8 ਨੰਬਰ ਦੇ ਸਕਦਾ। ਥੈਂਕ ਯੂ। ਕੀ ਕਹੋਗੇ ਅੱਜ ਦੇ ਬਜਟ ਨੂੰ ਲੈ ਕੇ? ਮੈਂ ਤਾਂ ਸਮਝਦੇ ਨਹੀਂ ਜੀ ਬਜਟ ਆਇਆ ਅੱਜ, ਕਿਉਂਕਿ 1.5 ਘੰਟਾ ਸਪੀਚ ਸੁਣਨ ਤੋਂ ਬਾਅਦ ਦੇ ਵਿੱਚ ਇੱਕ ਪੋਜ਼ਿਟਿਵ ਸਾਈਨ ਸਿਰਫ ਇਹ ਨਜ਼ਰ ਆਇਆ ਵਾ ਕਿ ਅਸੀਂ 6 ਦਸੰਬਰ ਨੂੰ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਤੇ ਚੈਂਬਰ ਪਿਊਸ਼ ਗੋਇਲ ਜੀ ਨੂੰ ਮਿਲੇ ਸੀਗੇ ਪਾਰਲੀਮੈਂਟ 'ਚ। ਉਹਨਾਂ ਨੂੰ ਅਸੀਂ ਆਪਣਾ ਦਰਦ ਦੱਸਿਆ ਸੀ ਕਿ ਸਟੀਲ ਪ੍ਰਾਈਸਿਸ ਅਬਨੋਰਮਲ ਹੈਗੀਆਂ ਇੰਡੀਆ 'ਚ, ਕਾਰਟਲ ਬਣ ਕੇ ਦਿਨ 'ਚ ਦੋ ਵਾਰੀ ਸਟੀਲ ਪ੍ਰਾਈਸਿਸ ਬਦਲ ਰਹੀਆਂ। ਉਹਨਾਂ ਨੇ ਮੌਕੇ ਤੇ ਸਟੀਲ ਮਿਨਿਸਟਰ ਨੂੰ ਰਿੰਗ ਕਰਕੇ 9 ਦਸੰਬਰ ਦੀ ਮੀਟਿੰਗ ਫਿਕਸ ਕਰ ਲਈ ਸੀਗੀ। ਇੱਕੋ ਇੱਕ ਪੋਜ਼ਿਟਿਵ ਸਾਈਨ ਜੋ ਮਿਲ ਰਿਹਾ ਕਿ ਸਟੀਲ ਪ੍ਰਾਈਸਿਸ ਨੂੰ ਕਰਟੇਲ ਕਰਨ ਵਾਸਤੇ ਉਹਨਾਂ ਨੇ ਜਿਹੜੀ ਸੇਫਗਾਰਡ ਡਿਊਟੀ ਸੀ ਉਹਨੂੰ ਰਿਵੋਕ ਕੀਤਾ ਵਾ। ਇਹਦੇ ਨਾਲ ਸਾਡੀ ਗੱਲ ਦੀ ਸੱਚਾਈ ਇਹ ਜ਼ਾਹਰ ਹੋ ਗਈ ਹੈ ਕਿ ਸਟੀਲ ਪ੍ਰਾਈਸਿਸ ਚੋਰ ਬਾਜ਼ਾਰੀ ਕਰਕੇ ਵਧੀਆਂ ਸੀਗੀਆਂ, ਇਹ ਕੰਟਰੋਲ ਹੋਈ ਆ। ਇੱਕ ਅਦਾ ਪੋਜ਼ਿਟਿਵ ਸਾਈਨ ਮੈਂ ਦੱਸ ਦਿੰਦਾ ਕਿ ਇਹਨਾਂ ਨੇ ਜੇ ਇੰਡਸਟਰੀ ਤੇ ਐਗਰੀਕਲਚਰ ਦੋਨੋਂ ਪਾਸੇ ਲੈ ਲਈਏ, ਇਨਫਰਾਸਟ੍ਰਕਚਰ ਇਹਨਾਂ ਦਿੱਤਾ 48,000 ਕਰੋੜ ਰੁਪਈਆ ਲਗਾ ਕੇ। ਇਹਨਾਂ ਨੇ ਜਿੱਥੇ ਰੋਡਸ ਬਣਾਉਣੀਆਂ ਨੇ ਜਾਂ ਹਾਊਸਿੰਗ ਦੇਣੀ ਆ 60 ਲੱਖ। ਇਹਦੇ ਨਾਲ ਮੈਂ ਸਮਝਣਾ ਕਿ ਸਟੀਲ ਚਾਹੇ ਉਹ ਸੀਮੈਂਟ ਹੈਗਾ ਜਾਂ ਇੱਕ ਇਨਫਰਾਸਟ੍ਰਕਚਰ ਡਿਵੈਲਪਮੈਂਟ ਨਾਲ ਜੌਬ ਜ਼ਰੂਰ ਵਧਣਗੀਆਂ, ਪਰ ਇੰਡਸਟਰੀ ਦੀ ਗਰੋਥ ਨਜ਼ਰ ਆਉਂਦੀ ਨਹੀਂ ਪਈ ਜ਼ਿਆਦਾ ਮੈਨੂੰ। ਬਾਈਸਾਈਕਲ ਇੰਡਸਟਰੀ ਨੇ ਇਹ ਕਿਹਾ ਸੀਗਾ ਕਿ ਸਾਡੀ ਬਾਈਸਾਈਕਲ ਇੰਡਸਟਰੀ ਇਸ ਵੇਲੇ ਟੈਕਨੋਲੋਜੀ 'ਚ ਪਿੱਛੇ ਹੈਗੀ ਆ। ਟੈਕਨੋਲੋਜੀ ਅਪਗ੍ਰੇਡੇਸ਼ਨ ਫੰਡ ਇੰਟਰਨੈਸ਼ਨਲ ਪ੍ਰਾਈਸ ਦੇ ਉੱਪਰ ਸਾਨੂੰ ਰॉ ਮਟੀਰੀਅਲ ਚਾਹੀਦੇ, ਚਾਹੇ ਐਲੂਮੀਨੀਅਮ ਅਲੋਇਜ਼ ਹੈਗੇ ਨੇ, ਕਾਰਬਨ ਫਾਈਬਰ ਹੈਗਾ, ਹੁਣ ਤੇ ਚਾਈਨਾ ਟਾਈਟੇਨੀਅਮ 'ਚ ਪਹੁੰਚ ਚੁੱਕਾ ਹੈ। ਇਹਨਾਂ 'ਚ ਕੋਈ ਵੀ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ। MSME ਸੈਕਟਰ ਬਾਰੇ ਬਿਲਕੁਲ ਸਾਇਲੈਂਟ ਹੈਗੇ ਨੇ। ਮੈਂ ਸਮਝਦਾ ਕਿ ਸਰਕਾਰ ਨੂੰ MSME ਸੈਕਟਰ ਜਿਹੜਾ GDP ਗਰੋਥ ਦੇ ਵਿੱਚ ਮੈਕਸਿਮਮ ਸ਼ੇਅਰ ਦਿੰਦਾ, EMPLOYMENT ਮੈਕਸਿਮਮ ਦਿੰਦਾ ਵਾ, ਇਹਦੇ ਬਾਰੇ ਇਗਨੋਰ ਕੀਤਾ ਗਿਆ। ਇਹ ਕਿਹਾ ਗਿਆ ਕਿ ਜਿਹੜੇ ਤੁਹਾਡੇ ਲੋਨ ਹੈਗੇ ਨੇ CGSE ਦੇ, ਉਹਦੀ ਕਵਰੇਜ ਤੁਹਾਡੀ ਐਕਸਟੈਂਸ਼ਨ ਦੇ ਰਹੇ ਆ। ਇਹਦਾ ਮਤਲਬ ਇੱਕ ਮਰੇ ਹੋਏ ਆਦਮੀ ਨੂੰ ਲੋਨ ਦੀ ਐਕਸਟੈਂਸ਼ਨ ਦੇਣ ਜਾ ਰਹੇ ਨੇ, ਲੋਨ ਦਾ ਬੈਨੀਫਿਟ ਨਹੀਂ ਦੇ ਰਹੇ। ਇਸ ਤੇ ਪੈਂਡੈਮਿਕ ਦੇ ਵਿੱਚ ਬੈਂਕ ਦੇ ਇੰਟਰਸਟ ਦਿੱਤੇ ਨੇ, ਲੇਬਰ ਨੂੰ ਤਨਖਾਹਾਂ ਦਿੱਤੀਆਂ ਨੇ, ਸਰਕਾਰੀ ਖਰਚੇ ਪੂਰੇ ਕੀਤੇ ਨੇ। ਤੁਸੀਂ ਹਰ ਐਗਰੀਕਲਚਰ ਨੂੰ ਕਹਿੰਦੇ ਹੋ, ਕਿਸਾਨਾਂ ਵਾਸਤੇ ਕਹਿੰਦੇ ਹੋ, ਜਿਹੜੇ ਮੇਰੇ ਇੱਕ ਬਾਹ ਮੇਰੀ ਕਿਸਾਨ ਵੀ ਹੈਗੀ ਆ, ਇੱਕ ਇੰਡਸਟਰੀ ਆ। ਇੱਕ ਸੈਕਟਰ ਨੂੰ ਤੁਸੀਂ ਹਰ ਚੀਜ਼ ਮਾਫ ਕਰ ਰਹੇ ਹੋ, ਇੰਡਸਟਰੀ ਨੂੰ ਤੁਸੀਂ ਕੁਝ ਨਹੀਂ ਸੋਚ ਰਹੇ। ਐਗਰੀਕਲਚਰ ਲੈਂਡ ਖਤਮ ਹੋ ਰਹੀ ਹੈ, ਇੰਡਸਟਰੀਅਲ ਵਰਟੀਕਲ ਗਰੋਥ ਕਰ ਸਕਦੀ ਹੈ, ਤਾਂ ਵਰਟੀਕਲ ਗਰੋਥ ਵਾਲੇ ਨੂੰ ਇਗਨੋਰ ਕੀਤਾ ਗਿਆ ਵਾ। ਮੈਂ ਸਮਝਦਾ ਕਿ ਜੇ ਅਸੀਂ ਤਾੜੀਆਂ ਮਾਰ ਰਹੀਆਂ ਨੇ, ਠੀਕ ਹੈ, ਸਟੀਲ ਪ੍ਰਾਈਸਿਸ ਡਾਊਨ ਆ ਰਹੀਆਂ ਨੇ, ਪੋਜ਼ਿਟਿਵ ਸਾਈਨ ਹੈ, ਪਰ ਵਧੀਆਂ ਵੀ ਤੇ ਨਾ ਕਰਕੇ ਹੈਗੀਆਂ ਸੀਗੀਆਂ। ਸੋ ਸਰਕਾਰ ਨੂੰ ਸਖਤ ਸਟੈਪ ਲੈਣਾ ਚਾਹੀਦਾ। ਬਜਟ ਨਹੀਂ, ਇਹ ਬਜਟ ਪ੍ਰਪੋਜ਼ਲ ਹੈਗੀਆਂ ਨੇ, ਇਹਦੇ ਉੱਪਰ ਡਿਸਕਸ਼ਨ ਹੋਣੀ ਆ ਪਾਰਲੀਮੈਂਟ 'ਚ। ਜੇ ਸੱਚੇ ਰਿਪਰੈਜ਼ੈਂਟੇਟਿਵ ਹੈਗੇ ਨੇ ਸਾਰੇ ਪਾਰਲੀਮੈਂਟੇਰੀਅਨ, ਇਹਨੂੰ ਡਿਸਕਸ ਕਰੋ। ਇੰਡਸਟਰੀ ਨੂੰ ਜੋ ਇਗਨੋਰ ਕੀਤਾ ਗਿਆ, ਛੋਟੀ ਇੰਡਸਟਰੀ ਨੂੰ ਖਾਸ ਕਰਕੇ। ਦੇਖੋ ਤੁਸੀਂ PLI ਸਕੀਮ ਦਿੱਤੀ ਹੈ, PLI ਸਕੀਮ ਤੇ ਉਦੋਂ ਹੀ ਲਾਗੂ ਹੁੰਦੀ ਹੈ ਜਦੋਂ ਤੁਹਾਡੀ ਟਰਨਓਵਰ ਜਾਂ ਪਲਾਂਟ ਐਂਡ ਮਸ਼ੀਨਰੀ ਦੀ ਇਨਵੈਸਟਮੈਂਟ 250 ਕਰੋੜ ਤੋਂ ਉੱਪਰ ਹੋਵੇ। ਇੱਥੇ ਤੇ ਮਾਈਕਰੋ ਯੂਨਿਟ ਦੇ ਉੱਪਰ ਤੇ 250 ਕਰੋੜ ਤੇ ਇੱਕ ਸੁਪਨਾ ਹੈਗਾ ਸਾਡਾ। ਸਾਡੀ ਤੇ ਲੱਖਾਂ ਦੀ, ਕਰੋੜ 2 ਕਰੋੜ ਦੀ ਟੋਟਲ ਟਰਨਓਵਰ ਜਾਂ ਇਨਵੈਸਟਮੈਂਟ ਹੁੰਦੀ।